फिर की उन्होंने पशु भी छड्डे होने, पालने छड्ड दिते होने, ते हुण नवें सिरों रखे उन्हें जां पहलां तो ही उन्हां कोले पशु सन? नहीं देखो, जो असीं पंचायती जमीन का यह घोल लड़िया तो दलितों कोल पशु ने जिहड़े वो मतलब बाहर हुंदे जा रहे सी, पशु नहीं सी, लगातार बेच रहे थे, हरे चारे की समस्या सी बड़े पद्धर ते, तां इह च ज़्यादा दिक्कत औरतां नूं आउंदी सीगी। इस तरह मतलब ये ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੇ ਕਾਰਜ ਕਰ ਰਹੀ ਹੈ, ਵਡੇਰਾ ਕਾਰਜ ਕਿ ਪਿੰਡਾਂ ਵਿੱਚ ਦਲਿਤਾਂ ਨੂੰ ਉਹਨਾਂ ਨੂੰ ਪਿੰਡ ਦੀਆਂ ਸਾਂਝੀਆਂ ਜ਼ਮੀਨਾਂ ਵਿੱਚੋਂ ਉਹਨਾਂ ਦੀ ਹਿੱਸੇਦਾਰੀ ਦਿਵਾਉਣਾ ਤੇ ਉਹਨਾਂ ਨੂੰ ਖੇਤੀ ਲਈ ਉਹ ਜ਼ਮੀਨ ਦਿਵਾਉਣਾ, ਜਿੱਥੇ ਇਹ ਆਪਣੇ ਆਪ 'ਚ ਇੱਕ ਵੱਡਾ ਕਾਰਜ ਹੈ। ਤਾਂ ਇਸ ਕਰਕੇ ਇਹ ਹੈਗਾ ਕਿ ਜਿਹੜਾ ਸੀਲਿੰਗ ਐਕਟ ਆ ਉਹ ਜ਼ਰੂਰ ਹੈ ਜਿਹੜਾ ਅਸੀਂ ਉਹਦੇ ਲਈ ਜਿਹੜੀ ਅੱਗੇ ਲੜਾਈ ਵਧਾ ਰਹੇ ਹਾਂ ਕਿ ਉਹ ਲੜਾਈ ਹੈ ਜਿਹੜੀ ਵਧਾਈ ਜਾਵੇ, ਸੀਲਿੰਗ ਐਕਟ ਲਾਗੂ ਕਰਵਾ ਕੇ ਜਿੱਥੇ ਘੱਟ ਜ਼ਮੀਨਾਂ ਨੇ ਉਹਨਾਂ ਲੋਕਾਂ ਨੂੰ ਹੋਰ ਜ਼ਮੀਨਾਂ ਜਿਹੜੀਆਂ ਦਿਵਾਈਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਕਰੋਨਾ ਵਾਇਰਸ ਕਾਰਨ ਮਾਰਚ ਵਿੱਚ ਲੱਗੀਆਂ ਪਾਬੰਦੀਆਂ ਤੋਂ ਮਗਰੋਂ ਮੁਲਕ ਦੇ ਹਾਲਾਤ ਆਰਥਿਕ ਪੱਖੋਂ ਬਹੁਤ ਮਾੜੇ ਹੋ ਗਏ ਸਨ। ਗਰੀਬਾਂ ਦਾ ਲੱਕ ਟੁੱਟ ਗਿਆ ਸੀ ਤੇ ਹਾਲੇ ਤੱਕ ਉਹ ਤਾਬ ਨਹੀਂ ਆਏ। ਭਾਰਤੀ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਅਸੀਂ ਬੁਰੀ ਤਰ੍ਹਾਂ ਆਰਥਿਕ ਮੰਦੀ ਦਾ ਸ਼ਿਕਾਰ ਹਾਂ। ਸਾਡਾ ਮੁਲਕ ਬਹੁਤ ਮੰਦੀ ਦੀ ਮਾਰ ਹੇਠ ਆਇਆ ਹੋਇਆ ਹੈ। ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਆਮ ਲੋਕਾਂ ਦੀ, ਮਜ਼ਦੂਰਾਂ ਦੀ, ਕਾਮਿਆਂ ਦੀ, ਛੋਟੇ ਦੁਕਾਨਦਾਰਾਂ ਦੀ, ਛੋਟੇ ਕਾਰੋਬਾਰੀਆਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋਈ ਪਈ ਹੈ ਅਤੇ ਦੀਵਾਲੀ ਦੇ ਦਿਨਾਂ ਵਿੱਚ ਉਹਨਾਂ ਕੋਲੇ ਭੋਰਾ ਕੁ ਮਿੱਠਾ ਵੀ ਘਰੇ ਲਿਜਾਣ ਲਈ ਪੈਸੇ ਇਸ ਤਰ੍ਹਾਂ ਲੱਗਦਾ ਹੈ ਕਿ ਸੱਚਮੁੱਚ ਨਹੀਂ ਹਨ। ਪਰ ਇੰਨੀ ਦਿਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜੋ ਪਿੰਡਾਂ ਵਿੱਚ ਸ਼ਾਮਲਾਟ ਜ਼ਮੀਨਾਂ ਵਿੱਚੋਂ, ਸਾਂਝੀਆਂ ਜ਼ਮੀਨਾਂ ਵਿੱਚੋਂ ਉਹਨਾਂ ਨੂੰ 1/3 ਹਿੱਸਾ ਦਲਿਤਾਂ ਨੂੰ ਦਿਵਾਇਆ ਗਿਆ ਹੈ। ਪਿੰਡ ਝਨੇੜੀ ਜੋ ਕਿ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ, ਉੱਥੋਂ ਦੇ ਕੁਝ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਹਿਕਾਰੀ ਸਾਂਝੀ ਖੇਤੀ ਕੀਤੀ ਇਸ ਜ਼ਮੀਨ ਵਿੱਚ, ਤਾਂ 81 ਪਰਿਵਾਰਾਂ ਨੂੰ ਮੁਨਾਫਾ ਵੰਡਿਆ ਗਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ। ਤੇ ਇਹ 81 ਪਰਿਵਾਰਾਂ ਨੂੰ ਇਸ ਵੇਲੇ ਦੀਵਾਲੀ ਦੇ ਦਿਨਾਂ ਵਿੱਚ ਮੁਨਾਫਾ, ਇਸ ਤਰ੍ਹਾਂ ਪੈਸਾ ਮਿਲ ਜਾਣਾ, ਥੋੜ੍ਹੇ ਜਿਹੇ ਉਹਨਾਂ ਦੇ ਹੱਥ ਵਿੱਚ ਨਗਦੀ ਆ ਜਾਣੀ, ਆਪਣੇ ਆਪ ਵਿੱਚ ਬਹੁਤ ਖੂਬਸੂਰਤ ਗੱਲ ਹੈ। ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਪਰਮਜੀਤ ਲੌਂਗੋਵਾਲ ਹੋਰਾਂ ਨਾਲ, ਜੋ ਸੰਗਰੂਰ ਇਕਾਈ ਦੀ ਜ਼ਮੀਨ ਸੰਘਰਸ਼ ਪ੍ਰਾਪਤੀ ਕਮੇਟੀ ਹੈ, ਜੋ ਉਸ ਦੀ ਸੰਗਰੂਰ ਇਕਾਈ ਦੇ ਜ਼ੋਨਲ ਸਕੱਤਰ ਹਨ। ਪਰਮਜੀਤ ਲੌਂਗੋਵਾਲ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਪਰਮਜੀਤ ਜੀ, ਜਿਸ ਤਰ੍ਹਾਂ ਕਿ ਇੱਥੇ ਝਨੇੜੀ ਵਿੱਚ, ਸੰਗਰੂਰ ਜ਼ਿਲ੍ਹੇ ਦੇ ਪਿੰਡ ਝਨੇੜੀ ਵਿੱਚ ਜਿਨ੍ਹਾਂ ਨੇ ਸਾਂਝੇ ਤੌਰ 'ਤੇ ਖੇਤੀ ਕੀਤੀ, ਦਲਿਤ ਪਰਿਵਾਰਾਂ ਨੇ, ਜੋ ਕਿ ਉਹਨਾਂ ਦੀ ਪਿੰਡ ਦੀ ਸਾਂਝੀ ਜ਼ਮੀਨ ਵਿੱਚੋਂ ਉਹਨਾਂ ਨੂੰ ਬੋਲੀ 'ਤੇ ਮਿਲੀ ਸੀ ਉਹ ਜ਼ਮੀਨ, ਅਤੇ ਉਹਨਾਂ ਨੇ ਇਸ ਵੇਲੇ ਜੀਰੀ ਦੀ ਕਟਾਈ ਮਗਰੋਂ ਉਹਨਾਂ ਪਰਿਵਾਰਾਂ ਨੂੰ, 81 ਪਰਿਵਾਰਾਂ ਨੂੰ ਮੁਨਾਫਾ ਵੰਡਿਆ ਗਿਆ ਹੈ ਅਤੇ ਇਹ ਐਨ ਦੀਵਾਲੀ ਦੇ ਦਿਨਾਂ ਵਿੱਚ ਹੋਇਆ ਕੰਮ ਹੈ। ਅਤੇ ਉਹ ਆਪਣੇ ਘਰਾਂ ਵਿੱਚ ਦੀਵੇ ਬਾਲ ਸਕਣਗੇ, ਕੁਝ ਮਿੱਠਾ ਬਣਾ ਸਕਣਗੇ, ਨਿਆਣਿਆਂ ਨੂੰ ਖੁਸ਼ ਕਰ ਸਕਣਗੇ, ਬੱਚਿਆਂ ਨੂੰ, ਅਤੇ ਘਰ ਦੀਆਂ ਹੋਰ ਬੜੀਆਂ ਲੋੜਾਂ ਥੋੜ੍ਹੇ ਜਿਹੇ ਪੈਸਿਆਂ ਨਾਲ ਪੂਰੀਆਂ ਕੀਤੀਆਂ ਜਾ ਸਕਣਗੀਆਂ। ਇਹ ਕਿਸ ਤਰ੍ਹਾਂ ਵਾਪਰਿਆ? ਇਹ ਜੋ ਇੱਕ ਖੁਸ਼ਨੁਮਾ ਸਮਾਚਾਰ ਹੈ, ਖਬਰ ਹੈ, ਤੇ ਇਹ ਕਿਸ ਤਰ੍ਹਾਂ ਵਾਪਰੀ ਘਟਨਾ, ਗੱਲ ਕਿਸ ਤਰ੍ਹਾਂ ਵਾਪਰ ਹੋ ਸਕੀ? ਇਹ ਬਿਲਕੁਲ, ਜਦੋਂ ਅਸੀਂ 2014 ਤੋਂ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਲੜਾਈ ਸ਼ੁਰੂ ਕੀਤੀ, ਤਾਂ ਇਹ ਜਦੋਂ ਦੇਖਿਆ ਕਿ ਇਹਦੇ ਵਿੱਚ ਜਿਹੜੇ ਸਾਡੇ ਦਲਿਤ ਨੇ, ਜੋ ਜ਼ਮੀਨ ਵਿਹੂਣੇ ਆ, ਜੋ ਸਦੀਆਂ ਤੋਂ ਜ਼ਮੀਨਾਂ ਤੋਂ ਬਾਹਰ ਰਹੇ ਆ, ਤਾਂ ਉਹਨਾਂ ਨੂੰ ਇੱਕ ਸੁਪਨਾ ਜਿਹੜਾ ਦਿਖਿਆ ਕਿ ਸਾਡੀ ਵੀ ਜ਼ਮੀਨ ਹੋ ਸਕਦੀ ਆ, ਅਸੀਂ ਵੀ ਆਪਣੇ ਖੇਤਾਂ 'ਚ ਜਾ ਸਕਦੇ ਹਾਂ, ਅਸੀਂ ਵੀ ਆਪਣੇ ਖੇਤਾਂ ਦੇ ਵਿੱਚ ਪਸ਼ੂਆਂ ਲਈ ਹਰਾ ਚਾਰਾ ਲਿਆ ਸਕਦੇ ਹਾਂ। ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ, ਜਿਵੇਂ ਝਨੇੜੀ ਦੀ ਗੱਲ ਕਰ ਰਹੇ ਹੋ, ਉੱਥੇ ਜ਼ਮੀਨ ਦੀ ਜਿਹੜੀ ਜ਼ਿਆਦਾ ਏਕੜ ਜ਼ਮੀਨ ਆ, ਬਾਲ ਦੇ ਵਿੱਚ ਜ਼ਿਆਦਾ ਏਕੜ ਜ਼ਮੀਨ ਆ, ਤਾਂ ਉੱਥੇ ਜਿੱਥੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਹੋਇਆ, ਉਹਦੇ ਨਾਲ ਨਾਲ ਜਿਹੜੀ ਉਹ ਜ਼ਮੀਨ ਸੀ, ਜਿਵੇਂ ਉਹਨਾਂ ਨੇ 22 ਏਕੜ 'ਚ ਜ਼ਮੀਨ ਹੈ ਜਿਹੜੀ ਖੇਤੀ ਕੀਤੀ, ਵਾਹੀ ਕੀਤੀ, ਉਹ 'ਚ ਝੋਨਾ ਲਾਇਆ ਸੀਗਾ ਤੇ ਹਰਾ ਚਾਰਾ ਹੀ ਬੀਜਿਆ ਸੀ। ਤੇ ਜਿਹੜੀ ਉਹ ਉਹਨਾਂ ਨੇ ਝੋਨਾ ਕੱਟ ਕੇ ਕੱਲ ਹੀ ਜਿਹੜਾ ਉਹ ਆਪਦਾ ਵੇਚਿਆ ਮੰਡੀ 'ਚ, ਤਾਂ ਉਹ ਤੋਂ ਜਿਹੜਾ ਮੁਨਾਫਾ ਆ ਉਹਨਾਂ ਨੂੰ, ਤੁਹਾਡੀ ਗੱਲ ਸਹੀ ਆ ਕਿ ਉਸ ਦੌਰ ਦੇ ਵਿੱਚੋਂ ਜਦੋਂ ਲੋਕਡਾਊਨ ਦੇ ਦੌਰਾਨ ਲੋਕ ਕਰਫਿਊ 'ਚ ਘਰਾਂ ਨੂੰ ਧੱਕ ਦਿੱਤੇ ਗਏ, ਮਜ਼ਦੂਰਾਂ ਦੇ ਕੰਮ ਤਬਾਹ ਹੋ ਗਏ, ਤਾਂ ਅੱਜ ਜਦੋਂ ਤਿਉਹਾਰ ਨੇ, ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਚੀਜ਼ਾਂ ਹੁੰਦੀਆਂ ਨੇ ਕਿ ਸਾਡਾ ਤਿਉਹਾਰ ਵਾਲੇ ਦਿਨ ਸਾਡੇ ਬੱਚੇ ਕੁਛ ਚੰਗਾ ਖਾ ਪੀ ਸਕਦੇ ਹੋਣ, ਤਾਂ ਉਸ ਜਿਹੜੇ ਜ਼ਮੀਨ ਵਾਲੇ ਪਿੰਡ ਆ, ਉਹ ਸੰਘਰਸ਼ ਦਿਖਾਈ ਦੇ ਰਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਅਜਿਹੇ ਮਾਹੌਲ 'ਚ ਪੈਸਾ ਆਉਣਾ, ਚਾਹੇ ਉਹ ਥੋੜਾ ਹੀ ਆ, ਪਰ ਇੱਕ ਖੁਸ਼ੀ ਦੀ ਗੱਲ ਜ਼ਰੂਰ ਆ ਕਿ ਸੰਘਰਸ਼ਾਂ ਦੇ ਦੌਰਾਨ ਪ੍ਰਾਪਤ ਕੀਤੀ ਜ਼ਮੀਨ, ਜਿਹੜੀ ਖੂਨ ਡੋਲਵੀਂ ਲੜਾਈ ਵੀ ਲੜੀ ਆ, ਮਾਤਾ ਗੁਰਦੇਵ ਕੌਰ ਦੀ ਸ਼ਹੀਦੀ ਹੋਈ, ਐਵੇਂ ਤਾਂ ਮਿਲੀ ਨਹੀਂ ਇਹ ਜ਼ਮੀਨ ਲਈ ਅਸੀਂ
ਲਗਭਗ ਸਾਰੇ ਲੋਕਾਂ ਤੇ ਪਰਚੇ ਵੀ ਦਰਜ ਕੀਤੇ ਗਏ, ਝਨੇੜੀ ਦੇ ਲੋਕਾਂ ਤੇ ਵੀ ਪਰਚੇ ਦਰਜ ਹੋਏ, ਉੱਥੋਂ ਦੀਆਂ ਔਰਤਾਂ ਤੇ ਪਰਚੇ ਦਰਜ ਹੋਏ। ਤਾਂ ਅੱਜ ਉਹਨਾਂ ਲਈ ਖੁਸ਼ੀ ਦਾ ਮਾਹੌਲ ਹੈ ਕਿ ਉਹਨਾਂ ਦੇ ਘਰੇ 5000 ਰੁਪਇਆ ਜਦੋਂ ਬੋਲੀ ਦੇ ਦੌਰਾਨ ਇਕੱਠਾ ਕੀਤਾ ਤੇ ਅੱਜ ਝੋਨਾ ਵੇਚਣ ਤੋਂ ਬਾਅਦ 6-6 ਹਜ਼ਾਰ ਰੁਪਇਆ ਜਿਹੜਾ ਉਹਨਾਂ ਦੇ ਘਰਾਂ 'ਚ ਆਇਆ। ਇਹ ਇੱਕ ਵੱਡੀ ਗੱਲ ਆ ਉਹਨਾਂ ਦੇ ਤੇ ਘਰਾਂ 'ਚ ਉਹ ਆਇਆ। ਜਿਹੜੀ ਦੀਵਾਲੀ ਆ ਉਹ ਵਧੀਆ ਤਰੀਕੇ ਨਾਲ ਇੱਕ ਦਿਨ ਮਨਾ ਸਕਦੇ ਆ। ਤਾਂ ਅਸੀਂ ਸਮਝਦੇ ਹਾਂ ਕਿ ਜਿਹੜੀ ਜ਼ਮੀਨ ਆ ਜਿੱਥੇ ਮਨ ਨਾਲ ਜੁੜੀ ਹੋਈ ਲੜਾਈ ਆ, ਉੱਥੇ ਉਹਨਾਂ ਦੀ ਆਰਥਿਕਤਾ ਨੂੰ ਬਹੁਤਾ ਨਾ ਸਹੀ ਪਰ ਇੱਕ ਪੱਧਰ ਤੱਕ ਉਹਨਾਂ ਦੀ ਜਿਹੜੀ ਸਹਾਇਕ ਜ਼ਰੂਰ ਬਣਦੀ ਆ। ਸੋ ਇਹ ਲੜਾਈ ਦਾ ਹੀ ਕਰਕੇ ਜਿਹੜਾ ਸਾਰਾ ਇਹ ਜ਼ਮੀਨ ਕਰ ਸਕੇ ਆ। ਜੀ ਜੀ। ਤੇ ਇਹ 5-5 ਹਜ਼ਾਰ ਜਿਹੜਾ ਇਹਨਾਂ ਤੋਂ ਪਰਿਵਾਰਾਂ ਤੋਂ ਇਕੱਠਾ ਕੀਤਾ ਗਿਆ ਸੀ, ਇਹ ਜ਼ਮੀਨ ਦੀ ਬੋਲੀ ਦੇਣ ਲਈ ਕੀਤਾ ਗਿਆ ਸੀ? ਹਾਂਜੀ, ਉਹਦੇ ਵਿੱਚ ਇਹੀ ਸੀ ਕਿ ਇੱਕ ਪਰਿਵਾਰ ਹੈ ਜਿਹੜਾ ਜ਼ਮੀਨ ਨਹੀਂ ਲੈ ਸਕਦਾ ਇਕੱਠੇ ਰੂਪ ਚ, ਕਿਉਂਕਿ ਜਿੰਨੀ ਬੋਲੀ ਦਾ ਉਹ ਪੈਸੇ ਠੇਕਾ ਹੁੰਦਾ ਇੱਕ ਪਰਿਵਾਰ ਨਹੀਂ ਲੈ ਸਕਦਾ। ਤਾਂ ਉਹਨਾਂ ਨੇ ਇੱਕ ਭਾਈ ਇੱਕ ਆਪਾਂ ਸਾਂਝੇ ਰੂਪ ਚ ਲਈਏ ਤਾਂ ਉਹਦੇ ਦੌਰਾਨ ਫਿਰ ਸਭ ਨੂੰ ਵੰਡੇ ਆਉਂਦੇ ਆ ਤੇ ਇਕੱਠੇ ਕਰਦੇ ਵੀ ਸੌਖੇ ਰਹਿੰਦੇ ਆ ਔਰ ਜ਼ਮੀਨ ਵੀ ਜਿਹੜੀ ਸਾਰਿਆਂ ਨੂੰ ਬਰਾਬਰ ਜਿਹੜੀ ਮਿਲਦੀ। ਤੇ ਇਹਨਾਂ ਨੇ ਖੇਤੀ ਵੀ ਫਿਰ ਸਾਂਝੇ ਤੌਰ ਤੇ ਕੀਤੀ, ਸਾਂਝੀ ਕਮੇਟੀ ਕੋਈ ਬਣਾ ਕੇ? ਬਿਲਕੁਲ, ਉੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਬਕਾਇਦਾ ਕਮੇਟੀਆਂ ਬਣੀਆਂ ਹੋਈਆਂ ਨੇ, ਡਿਊਟੀਆਂ ਲੱਗਦੀਆਂ ਨੇ, ਪ੍ਰੋਪਰ ਉਹ ਚਲਾਉਂਦੇ ਆ ਜ਼ਮੀਨ ਨੂੰ ਬਾਣਾ ਕਰਨਾ ਸਾਰਾ ਉਹ ਜ਼ਿੰਮੇਵਾਰੀ ਲੈ ਕੇ। ਇੱਥੋਂ ਤੱਕ ਕਿ ਕਈ ਪਿੰਡਾਂ ਦੇ ਵਿੱਚ ਔਰਤਾਂ ਖੁਦ ਜਾ ਕੇ ਪਾਣੀ ਲਾਉਂਦੀਆਂ ਨੇ ਜਾਂ ਕਲਾਰਾ ਪਿੰਡ ਦੀਆਂ ਔਰਤਾਂ ਨੇ ਖੁਦ ਖੇਤੀ ਕਰਦੀਆਂ ਨੇ, ਖੁਦ ਹੀ ਉਹਨਾਂ ਨੇ ਜਿਹੜੀ ਜ਼ਮੀਨ ਦੀ ਬੋਲੀ ਆ ਆਪਦੇ ਨਾਮ ਤੇ ਕਰਾਈ। ਅਸੀਂ ਪਹਿਲ ਦਿੱਤੀ ਇਸ ਵਾਰ ਕਿ ਔਰਤਾਂ ਨੂੰ ਇਹ ਜਿਹੜੀ ਬੋਲੀ ਦਿੱਤੀ ਜਾਵੇ ਤਾਂ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕਿਤੇ ਲੱਗੇ ਕਿ ਸਾਡਾ ਵੀ ਕੋਈ ਹੱਕ ਹੈ, ਜ਼ਮੀਨ ਸਾਡੀ ਵੀ ਜਿਹੜੀ ਹੋ ਸਕਦੀ ਹੈਗੀ। ਇਸ ਚੀਜ਼ ਲਈ ਜਿਹੜਾ ਆਪਾਂ ਔਰਤਾਂ ਵਾਲਾ ਮੁੱਦਾ ਅਗਲਾ ਵਿਚਾਰਦੇ ਹਾਂ, ਪਰ ਇਹ ਜਿਹੜੀ ਝਨੇੜੀ ਵਾਲਾ ਜਿਹੜਾ ਇਹ ਕੰਮ ਹੈ, ਇਹਨਾਂ ਦਾ ਸਾਂਝੇ ਤੌਰ ਤੇ ਖੇਤੀ ਕੀਤੀ ਜਾ ਰਹੀ ਹੈ 22 ਏਕੜ ਵਿੱਚ, 22 ਕਿੱਲਿਆਂ ਵਿੱਚ ਦਲਿਤਾਂ ਵੱਲੋਂ, ਜੋ ਪਿੰਡ ਦੀ ਸਾਂਝੀ ਜ਼ਮੀਨ ਵਿੱਚੋਂ ਉਹਨਾਂ ਦੇ ਹਿੱਸੇ ਤੇ ਬੋਲੀ ਵਿੱਚ ਉਹਨਾਂ ਨੂੰ ਮਿਲੀ ਹੋਈ ਹੈ। ਤੇ ਫਿਰ ਕੀ ਜਿਹੜਾ ਇਹ 6-6 ਹਜ਼ਾਰ ਰੁਪਏ ਮੁਨਾਫੇ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਹਰਾ ਚਾਰਾ ਵੀ ਦਿੱਤਾ ਗਿਆ ਅਤੇ ਚੌਲ ਵੀ ਦਿੱਤੇ, ਜੀਰੀ ਵੀ ਦਿੱਤੀ ਕੁਝ ਘਰ ਰੱਖਣ ਲਈ, ਚੌਲ ਬਣਾਉਣ ਲਈ? ਹਾਂਜੀ ਬਿਲਕੁਲ, ਜਿਸ ਪਰਿਵਾਰ ਨੇ ਹਰੇਕ ਪਰਿਵਾਰ ਨੇ ਆਪਦੇ ਖਾਣ ਜੋਗੀ ਜਾਂ ਗੁਜ਼ਾਰੇ ਜੋਗੀ ਜਿਹੜੀ ਜੀਰੀ ਵੀ ਰੱਖੀ ਆ ਤੇ ਜਿਹੜੇ ਪਸ਼ੂਆਂ ਲਈ ਹਰਾ ਚਾਰਾ ਉਹ ਤਾਂ ਪਹਿਲ ਦੇ ਆਧਾਰ ਤੇ ਬੀਜਿਆ ਜਾਂਦਾ ਹੈਗਾ ਕਿ ਪਸ਼ੂ ਨਾ ਕਿਸੇ ਦਾ ਵੀ ਭੁੱਖਾ ਰਹੇ। ਉਸ ਤੋਂ ਬਾਅਦ ਜਿੰਨੀ ਬਾਕੀ ਬਚਦੀ ਜ਼ਮੀਨ ਆ ਉਹਦੇ ਵਿੱਚ ਜਿਹੜਾ ਉਹ ਸਾਂਝੇ ਰੂਪ ਚ ਖੇਤੀ ਕਰਕੇ ਫਸਲ ਬੀਜਦੇ ਆ ਤੇ ਫਿਰ ਵੰਡ ਲੈਂਦੇ ਆ ਤੇ ਉਹਦੇ ਚ ਇਹਨਾਂ ਨੇ ਪੌਣੇ ਕੁ 2 ਲੱਖ ਰੁਪਇਆ ਜਿਹੜਾ ਅਗਲੀ ਵਾਰ ਜਦੋਂ ਇਹ ਹੁਣ ਬੀਜਣਗੇ ਨਵੀਂ ਫਸਲ ਤਾਂ ਉਹਦੇ ਲਈ ਇਹਨਾਂ ਨੇ ਧਰਨਿਆਂ ਵਾਸਤੇ, ਆਪਦੇ ਮੁਜ਼ਾਹਰਿਆਂ ਵਾਸਤੇ ਤੇ ਆਪਦੀ ਜ਼ਮੀਨ ਦੇ ਖਰਚੇ ਲਈ ਜਿਹੜਾ ਏਦਾਂ ਖਰਚਾ ਉਹ ਸਾਂਝੇ ਰੂਪ ਚ ਇਹਨਾਂ ਨੇ ਰੱਖ ਲਿਆ ਤਾਂ ਕਿ ਉਹ ਇਸ ਅੱਗੇ ਪ੍ਰੋਪਰ ਤਰੀਕੇ ਨਾਲ ਚਲਾ ਸਕਦੇ ਹੋਣ। ਸੋ ਸਾਰਾ ਇੱਕ ਸਿਸਟਮ ਹੈ ਜੋ ਕਮੇਟੀ ਜ਼ਰੀਏ ਹੁੰਦਾ ਹੈਗਾ ਜੀ। ਜਿਸ ਤਰ੍ਹਾਂ ਇੱਕ ਹਾੜੀ ਦਾ ਵੀ ਉਹਨਾਂ ਨੇ ਆਪਣਾ ਹਾੜੀ ਦੀ ਫਸਲ ਬੀਜਣ ਲਈ ਵੀ ਉਹ ਪ੍ਰਬੰਧ ਕਰ ਲਿਆ ਤੇ ਖਾਣ ਜੋਗੇ ਚੌਲ ਵੀ ਹੋ ਗਏ ਤੇ ਉਹਨਾਂ ਨੂੰ ਹਰਾ ਚਾਰਾ ਵੀ ਮਿਲਿਆ। ਤੇ ਪਰਮਜੀਤ, ਕੀ ਇਸ ਤਰ੍ਹਾਂ ਵੀ ਹੋਇਆ ਕਿ ਲੋਕਾਂ ਨੇ ਜਦੋਂ ਕਿਉਂਕਿ ਫੈਕਟਰੀਆਂ ਵਿੱਚ ਕੰਮ ਕਰਨ ਲੱਗ ਗਏ ਜਾਂ ਸ਼ਹਿਰ ਵਿੱਚ ਜਾ ਕੇ ਹੋਰ ਕੋਈ ਦਿਹਾੜੀ ਦੱਪੇ ਦਾ ਕੰਮ ਕਰਨ ਲੱਗ ਗਏ ਪਿੰਡ ਦੇ ਮਜ਼ਦੂਰ ਜਾਂ ਦਲਿਤ ਲੋਕ, ਤੇ ਫਿਰ ਕੀ ਇਹ ਉਹਨਾਂ ਨੇ ਪਸ਼ੂ ਵੀ ਛੱਡੇ ਹੋਣੇ, ਪਾਲਣੇ ਛੱਡ ਦਿੱਤੇ ਹੋਣੇ ਤੇ ਹੁਣ ਨਵੇਂ ਸਿਰਿਓਂ ਰੱਖੇ ਉਹਨੇ ਜਾਂ ਪਹਿਲਾਂ ਤੋਂ ਹੀ ਉਹਨਾਂ ਕੋਲੇ ਪਸ਼ੂ ਸਨ? ਨਹੀਂ ਦੇਖੋ, ਜਦੋਂ ਅਸੀਂ ਪੰਚਾਇਤੀ ਜ਼ਮੀਨ ਦਾ ਇਹ ਘੋਲ ਲੜਿਆ ਤਾਂ ਦਲਿਤਾਂ ਕੋਲ ਪਸ਼ੂ ਨੇ ਜਿਹੜੇ ਉਹ ਮਤਲਬ ਬਾਹਰ ਹੁੰਦੇ ਜਾ ਰਹੇ ਸੀ, ਪਸ਼ੂ ਨਹੀਂ ਸੀ ਲਗਾਤਾਰ ਵੇਚ ਰਹੇ ਸੀ ਕਿਉਂਕਿ ਹਰੇ ਚਾਰੇ ਦੀ ਸਮੱਸਿਆ ਸੀ ਵੱਡੇ ਪੱਧਰ ਤੇ। ਤਾਂ ਇਹ 'ਚ ਜ਼ਿਆਦਾ ਦਿੱਕਤ ਔਰਤਾਂ ਨੂੰ ਆਉਂਦੀ ਸੀਗੀ ਕਿਉਂਕਿ ਔਰਤਾਂ ਨੇ ਘਰੇ ਪਸ਼ੂ ਪਾਲਦੀਆਂ ਨੇ, ਬੰਦੇ ਤਾਂ ਫਿਰ ਵੀ ਦਿਹਾੜੀ ਚਲੇ ਜਾਂਦੇ ਹੈਗੇ। ਤੇ ਇਸ ਕਰਕੇ ਇਹ ਹੈ ਕਿ ਜਦੋਂ ਇਹ ਜਿਹੜੇ ਪਸ਼ੂ ਨੇ ਹੁਣ ਦੁਬਾਰਾ ਤੁਸੀਂ ਘਰਾਚੋ ਪਿੰਡ ਜਾਂ ਝਨੇੜੀ ਪਿੰਡ ਦੇ ਵਿੱਚ ਹੀ ਇਸ ਟਾਈਮ ਤੁਹਾਨੂੰ ਹਰੇਕ ਪਰਿਵਾਰ ਦੇ ਜੇ ਤੁਸੀਂ ਘਰ ਜਾਓਗੇ ਦੁੱਧ ਦਹੀਂ ਉਹਨਾਂ ਦੇ ਬੱਚਿਆਂ ਨੂੰ ਪੀਣ ਨੂੰ ਤਾਂ ਉਹਦੇ ਪੀਣ ਤੋਂ ਬਜਾਏ ਜਿਹੜੇ ਮਾਰਕੀਟ ਦੇ ਵਿੱਚ ਮਤਲਬ ਕਿਸੇ ਦੇ ਘਰੇ ਪਾਉਣਾ ਜਾਂ 4 ਪੈਸੇ ਉਹ ਦੁੱਧ ਨਾਲ ਵੀ ਕਮਾ ਮਤਲਬ ਵੇਚਦੇ ਆ ਅਤੇ ਇਸ ਤਰ੍ਹਾਂ ਉਹਨਾਂ ਦੀ ਆਰਥਿਕਤਾ ਨੂੰ ਕਾਫੀ ਸਹਾਰਾ ਮਿਲ ਰਿਹਾ ਹੈ। ਤੇ ਜਿਸ ਤਰ੍ਹਾਂ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ ਕਿ ਹੁਣ ਉਹ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਪੱਠੇ ਲੈਣ ਜਾਂਦੀਆਂ ਹੋਣਗੀਆਂ ਜੇ ਉਹਨਾਂ ਨੂੰ ਹੀ ਜਾਣਾ ਪੈਂਦਾ ਜਦੋਂ ਬੰਦੇ ਦਿਹਾੜੀ ਤੇ ਗਏ ਹੋਏ ਹੋਣ ਕਰਦੇ, ਤੇ ਇਸ ਤਰ੍ਹਾਂ ਉਹਨਾਂ ਦਾ ਸਵੈਮਾਨ ਵਧਿਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਪਹਿਲਾਂ ਕਿ ਔਰਤਾਂ ਖੁਦ ਵੀ ਬੋਲੀ ਦਿੰਦੀਆਂ ਨੇ, ਜਿਸ ਤਰ੍ਹਾਂ ਬਡਰੁੱਖਾਂ ਵਿੱਚ ਦਲਿਤ ਔਰਤਾਂ ਨੇ ਬੋਲੀ ਦਿੱਤੀ, ਇਹ ਕਿਸ ਤਰ੍ਹਾਂ ਸੰਭਵ ਹੋਇਆ? ਇਹਦੇ ਬਾਰੇ ਥੋੜਾ ਵਿਸਥਾਰ ਚ ਦੱਸੋਗੇ ਪਰਮਜੀਤ? ਅਸੀਂ ਨੇ ਤੈਅ ਕੀਤਾ ਕਿ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸੰਭਵ ਹੋ ਸਕਦਾ ਅਸੀਂ ਉੱਥੇ ਔਰਤਾਂ ਨੂੰ ਜਿਹੜੀ ਕਮੇਟੀ ਬਣਾਈ 7 ਮੈਂਬਰੀ 4 ਮੈਂਬਰੀ ਜਿੱਥੇ ਵੀ ਜਿੰਨੀ ਸਿਕਿਉਰਿਟੀ ਭਰਨੀ ਸੀ ਔਰਤਾਂ ਦੇ ਨਾਮ ਭਰਵਾਈ ਕਿ ਔਰਤਾਂ ਖੁਦ ਬੋਲੀ ਦੇਣ। ਤੇ ਪਿੰਡ ਬਡਰੁੱਖਾਂ ਦੇ ਵਿੱਚ ਔਰਤ ਦੇ ਨਾਮ ਤੇ ਬੋਲੀ ਟੁੱਟੀ, ਕਲਾਰਾਂ ਦੇ ਵਿੱਚ ਔਰਤ ਦੇ ਨਾਮ ਤੇ ਬੋਲੀ ਟੁੱਟੀ ਆ ਤੇ ਮੰਡੇਰ ਖੁਰਦ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਇਹ ਅੱਜ ਔਰਤਾਂ ਨੇ ਜਿਹੜੀਆਂ ਮੂਰੇ ਹੋ ਕੇ ਉਹ ਡੀਆਂ ਨੇ, ਮਰਦ ਪਿੱਛੇ ਨੇਗੇ।
ਇਸ ਤਰ੍ਹਾਂ ਮਤਲਬ ਇਹ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੇ ਕਾਰਜ ਕਰ ਰਹੀ ਹੈ, ਵਡੇਰਾ ਕਾਰਜ, ਕਿ ਪਿੰਡਾਂ ਵਿੱਚ ਦਲਿਤਾਂ ਨੂੰ, ਉਹਨਾਂ ਨੂੰ ਪਿੰਡ ਦੀਆਂ ਸਾਂਝੀਆਂ ਜ਼ਮੀਨਾਂ ਵਿੱਚੋਂ ਉਹਨਾਂ ਦੀ ਹਿੱਸੇਦਾਰੀ ਦਿਵਾਉਣਾ ਤੇ ਉਹਨਾਂ ਨੂੰ ਖੇਤੀ ਲਈ ਉਹ ਜ਼ਮੀਨ ਦਿਵਾਉਣਾ, ਜਿੱਥੇ ਇਹ ਆਪਣੇ ਆਪ 'ਚ ਇੱਕ ਵੱਡਾ ਕਾਰਜ ਹੈ, ਉੱਥੇ ਇਹ ਸਾਂਝੀ ਖੇਤੀ ਕਰਨ ਦਾ ਮਾਡਲ ਵੀ ਇਸ ਤਰ੍ਹਾਂ ਪੇਸ਼ ਕਰ ਰਹੇ ਨੇ। ਤੇ ਮੇਰਾ ਖਿਆਲ ਹੈ ਹੋਰ ਕਿਸਾਨ ਵੀ ਇਸ ਨੂੰ ਅਪਣਾਉਣਗੇ, ਸਾਂਝੀ ਖੇਤੀ ਵਾਲੇ ਮਾਡਲ ਨੂੰ। ਤੇ ਪਰਮਜੀਤ, ਇਹ ਦੱਸਿਓ ਕਿ ਹੋਰ ਕਿੰਨੇ ਕੁ ਪਿੰਡਾਂ ਵਿੱਚ ਹੁਣ ਤਾਈਂ ਇਸ ਤਰ੍ਹਾਂ ਦੇ ਜਿਹੜਾ ਮੁਨਾਫਾ ਵੰਡਿਆ ਜਾ ਚੁੱਕਿਆ, ਜਾਂ ਕਿੱਥੇ ਕਿੱਥੇ ਸੰਭਾਵਨਾ ਆ, ਤੇ ਸਾਂਝੀ ਖੇਤੀ ਦਲਿਤਾਂ ਦੀ ਕਿੱਥੇ ਕਿੱਥੇ ਚੱਲ ਰਹੀ ਹੈ? ਬਿਲਕੁਲ ਲਗਭਗ 57 ਪਿੰਡਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਜ਼ਮੀਨ ਹੈ ਜਿਹੜੀ ਉਹ ਦਵਾ ਚੁੱਕੀ ਹੈ, ਤੇ ਉੱਥੇ ਸਾਰੇ ਕਮੇਟੀਆਂ ਬਣੀਆਂ ਹੋਈਆਂ ਨੇ। ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਜਿੱਥੇ ਵੱਧ ਜ਼ਮੀਨ ਆ ਉੱਥੇ ਲੋਕਾਂ ਨੂੰ ਜਿਹੜਾ ਜਿਵੇਂ ਬਾਲਦ ਕਲਾ, ਝਨੇੜੀ, ਘਰਾਚੋ, ਇਹੋ ਜਿਹੇ ਕੁਝ ਜਿਹੜੇ ਇੱਧਰ ਜਲੂਰ, ਇੱਦਾਂ ਦੇ ਪਿੰਡਾਂ ਦੇ ਵਿੱਚ ਮੁਨਾਫਾ ਵੀ ਵੰਡਿਆ ਜਾਂਦਾ ਤੇ ਘਰੇ ਵੀ ਉਹ ਆਪਦਾ ਝੋਨਾ ਕਣਕ ਰੱਖ ਲੈਂਦੇ ਆ ਤੇ ਮਾਰਕੀਟ ਦੇ ਵਿੱਚ ਵੀ ਵੇਚ ਆਉਂਦੇ ਆ। ਪਰ ਕੁਝ ਪਿੰਡਾਂ ਦੇ ਵਿੱਚ ਬਹੁਤ ਥੋੜੀ ਜ਼ਮੀਨ ਆ ਗਈ, ਜਿਵੇਂ ਹੁਣ ਕਲਾਰਾਂ ਦੇ ਵਿੱਚ ਸਿਰਫ ਪਸ਼ੂਆਂ ਜੋਗੀ ਜ਼ਮੀਨ ਆ ਤੇ ਬਡਰੁੱਖਾਂ ਦੇ ਵਿੱਚ ਪਰਿਵਾਰ ਵੱਧ ਨੇ ਤੇ ਜ਼ਮੀਨ ਉਹਨਾਂ ਦੀ ਘੱਟ ਆ, ਤਾਂ ਉੱਥੇ ਸਿਰਫ ਪਸ਼ੂਆਂ ਲਈ ਹਰੇ ਚਾਰੇ ਜੋਗੀ ਜ਼ਮੀਨ ਆ। ਤੇ ਜਿਹੜੇ ਪਿੰਡਾਂ 'ਚ ਵੱਧ ਜ਼ਮੀਨ ਆ ਉੱਥੇ ਜਿਹੜਾ ਏਦਾਂ ਚੱਲਦਾ ਕਿ ਉੱਥੇ ਸਾਰਾ ਕੁਝ ਮਤਲਬ ਮੁਨਾਫਾ ਵੱਧ ਹੋ ਜਾਂਦਾ ਗਾ। ਇਸੇ ਕਰਕੇ ਅਸੀਂ ਜਿਹੜੀ ਇਹ ਲੜਾਈ ਵੀ ਲੜ ਰਹੇ ਹਾਂ ਕਿ ਜਿਹੜੀ ਸੀਲਿੰਗ ਐਕਟ ਵਾਲੀ ਜਿਹੜੀ ਉੱਤੋਂ ਜ਼ਮੀਨ ਹੈਗੀ ਜਿਹੜੀ ਬਚਦੀ ਆ, ਸੀਲਿੰਗ ਐਕਟ ਜਿਹੜਾ ਲਾਗੂ ਕੀਤਾ ਜਾਵੇ, ਉਹਦੇ 'ਚ ਜਿਹੜੀ ਇਹ ਜ਼ਮੀਨ ਆ ਕਾਲੀ ਵੰਡਾ ਜ਼ਮੀਨ ਦੀ, ਉਹ ਤਾਂ ਖਤਮ ਹੋਊਗੀ ਜੇਕਰ ਸੀਲਿੰਗ ਐਕਟ ਹੈ ਉਹ ਲਾਗੂ ਹੁੰਦਾ। ਤੇ ਬਹੁਤ ਜ਼ਮੀਨਾਂ ਪਈਆਂ ਨੇ ਜਿਹੜੀਆਂ ਉਹਨਾਂ ਨੂੰ ਹੋਰ ਜ਼ਮੀਨ ਮਿਲ ਸਕਦੀ ਹੈਗੀ। ਆਪਾਂ ਮੰਨਦੇ ਕਿ ਚਾਹੇ ਆਰਥਿਕ ਸੰਕਟ ਅੱਜ ਵੱਧ ਰਿਹਾ, ਕਿਸਾਨੀ ਵੀ ਸੰਕਟ 'ਚ ਆ, ਪਰ ਇਹ ਹੈ ਕਿ ਜੋ ਜ਼ਮੀਨ ਜੇਕਰ ਲੋਕਾਂ ਕੋਲ ਇੱਕ ਹੱਕ ਹੈਗਾ, ਇੱਕ ਪ੍ਰੋਪਰ ਸਾਧਨ ਹੈਗਾ ਜਿਹਨੂੰ ਬਚਾ ਕੇ ਰੱਖਣਾ ਜ਼ਰੂਰੀ ਆ, ਉਹਦੇ ਜ਼ਰੀਏ ਲੋਕ ਅੱਗੇ ਵੱਧ ਸਕਦੇ ਆ। ਤਾਂ ਇਸ ਕਰਕੇ ਇਹ ਹੈਗਾ ਕਿ ਜਿਹੜਾ ਸੀਲਿੰਗ ਐਕਟ ਆ ਉਹ ਜ਼ਰੂਰ ਹੈ ਜਿਹੜਾ ਅਸੀਂ ਉਹਦੇ ਲਈ ਜਿਹੜੀ ਅੱਗੇ ਲੜਾਈ ਵਧਾ ਰਹੇ ਹਾਂ ਕਿ ਉਹ ਲੜਾਈ ਹੈ ਜਿਹੜੀ ਅੱਗੇ ਵਧਾਈ ਜਾਵੇ, ਸੀਲਿੰਗ ਐਕਟ ਲਾਗੂ ਕਰਵਾ ਕੇ ਜਿੱਥੇ ਘੱਟ ਜ਼ਮੀਨਾਂ ਨੇ ਉਹਨਾਂ ਲੋਕਾਂ ਨੂੰ ਹੋਰ ਜ਼ਮੀਨਾਂ ਨੇ ਜਿਹੜੀਆਂ ਦਵਾਈਆਂ ਜਾਣ। ਪਰਮਜੀਤ, ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਲੋਕਾਂ ਨੂੰ ਜ਼ਮੀਨਾਂ ਦਵਾਈਆਂ ਸੀ ਜਿਨ੍ਹਾਂ ਕੋਲੇ ਜ਼ਿਆਦਾ ਜ਼ਮੀਨਾਂ ਸਨ, ਤੇ ਉਹਨਾਂ ਨੂੰ ਉਹਨਾਂ ਦੇ ਜ਼ਮੀਨਾਂ ਦੇ ਹੱਕ ਦਿਵਾਏ ਸਨ ਜਿਹੜੇ ਉੱਥੇ ਖੇਤੀ ਕਰਦੇ ਸਨ, ਬੇਜ਼ਮੀਨੇ ਸਨ। ਤੇ ਕੀ ਇਹ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਦਿੱਤਾ ਹੋਇਆ ਮਾਡਲ ਸਮਝ ਸਕਦੇ ਹਾਂ ਆਪਾਂ ਇਸ ਨੂੰ? ਬਿਲਕੁਲ, ਜੇ ਦੇਖਿਆ ਜਾਵੇ ਤਾਂ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਕਿ ਜ਼ਮੀਨੀ ਤੇ ਗਰਾਊਂਡ ਪੱਧਰ ਤੇ ਸਭ ਤੋਂ ਵੱਡਾ ਜਿਹੜਾ ਇੱਕ ਜ਼ਮੀਨਾਂ ਦਾ ਇਨਕਲਾਬ ਆ ਉਹ ਬੰਦਾ ਸਿੰਘ ਬਹਾਦਰ ਦਾ ਜਿਹੜਾ ਨਜ਼ਰ ਆਉਂਦਾ ਕਿ ਕਿੱਡੀ ਵੱਡੀ ਉਹਨਾਂ ਨੇ ਫਾਈਟ ਹੈ ਜਿਹੜੀ ਲੜੀ ਆ, ਜ਼ਮੀਨਾਂ ਦਿੱਤੀਆਂ ਉਹਨਾਂ ਨੂੰ, ਜਿਹੜੇ ਹਾਸ਼ੀਏ ਤੋਂ ਧੱਕੇ ਹੋਏ ਲੋਕ ਆ, ਜਿਨ੍ਹਾਂ ਨੂੰ ਜਾਤੀ ਦੇ ਨਾਮ ਤੇ ਦੱਬਿਆ ਜਾਂਦਾ, ਉਹਨਾਂ ਲੋਕਾਂ ਨੂੰ ਬਿਨਾਂ ਜਾਤ ਪਾਤ ਤੇ ਉਹਨਾਂ ਨੇ ਜਿਹੜੇ ਮਾਲਕ ਬਣਾਇਆ ਜ਼ਮੀਨਾਂ ਦੇ। ਜਾਂ ਅਸੀਂ ਮੁਜ਼ਾਹਰਾ ਲਹਿਰ ਨੂੰ ਦੇਖ ਸਕਦੇ ਆ, ਤੇਲੰਗਾਨਾ ਦੇ ਜ਼ਮੀਨੀ ਘੋਲ ਨੂੰ ਦੇਖ ਸਕਦੇ ਆ। ਉਹਨਾਂ ਚੀਜ਼ਾਂ ਨੇ ਲੋਕਾਂ ਦੇ ਅੰਦਰੋਂ ਚਿਣਗ ਪੈਦਾ ਕੀਤੀ। ਤਾਂ ਅਸੀਂ ਸਮਝਦੇ ਹਾਂ ਕਿ ਜ਼ਮੀਨ ਦਾ ਸੰਘਰਸ਼ ਬਹੁਤ ਪੁਰਾਣਾ ਤੇ ਲੰਬਾ ਸੰਘਰਸ਼ ਆ, ਉਹ ਤੋਂ ਸਿੱਖਦੇ ਹੋਏ ਆਈ ਅਸੀਂ ਉਹਨਾਂ ਤਜਰਬਿਆਂ ਦੇ ਵਿੱਚੋਂ ਹੀ ਲੈ ਕੇ ਉਹਨੂੰ ਅੱਗੇ ਵਧਾ ਰਹੇ ਹਾਂ। ਤੇ ਪਰਮਜੀਤ, ਅਗਲੇ ਇਹ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ, ਇਹਦਾ ਅਗਲੇ ਸੰਘਰਸ਼ਾਂ ਦੀ ਰੂਪਰੇਖਾ ਕੀ ਹੈ, ਜਾਂ ਹੋਰ ਕਿਹੜੇ ਪਿੰਡਾਂ ਵਿੱਚ ਇਹ ਹੋਰ ਐਫਰਟਸ, ਯਤਨ ਲਾ ਰਹੀ ਹੈ? ਸਾਡਾ ਜੋ ਇਸ ਸਾਲ ਦਾ ਹੈਗਾ ਕਿ ਜਿਵੇਂ ਤੁਸੀਂ ਪਹਿਲੇ ਹੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗੱਲ ਕੀਤੀ ਆ, ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੰਨਦੀ ਹੈ ਕਿ ਉਹਨਾਂ ਦਾ ਜਿਹੜਾ ਜ਼ਮੀਨੀ ਘੋਲ ਆ ਇੱਕ ਵੱਡਾ ਘੋਲ ਆ, ਤੇ ਉਸ ਘੋਲ ਦੇ ਵਿੱਚ ਕੀ ਉਹਨਾਂ ਦਾ ਯੋਗਦਾਨ ਰਿਹਾ ਜੋ ਕਿ ਮਤਲਬ ਉਹਨੂੰ ਯਾਦ ਹੀ ਨਹੀਂ ਕੀਤਾ ਜਾਂਦਾ ਕਿ ਅਸਲ ਉਹ ਥਾਂ ਕੀ ਸੀ, ਜਾਂ ਬੰਦਾ ਸਿੰਘ ਬਹਾਦਰ ਹੋਰਾਂ ਦੀ ਖਾਲਸਾ ਫੌਜ ਦੀ ਲੜਾਈ ਕੀ ਸੀ। ਤਾਂ ਅਸੀਂ ਉਹਨਾਂ ਦਾ 350 ਸਾਲਾ ਜਿਹੜਾ ਜਥੇਬੰਦੀ ਵੱਲੋਂ ਪਿੰਡ ਪਿੰਡ ਜਾ ਕੇ ਹੋਕਾ ਦੇ ਕੇ ਜਿਹੜਾ ਉਹਨੂੰ 350 ਸਾਲਾਂ ਨੂੰ ਮਨਾ ਰਹੇ ਹਾਂ, ਤਾਂ ਕਿ ਅਸੀਂ ਜੋ ਅਸਲ ਇੱਕ ਕਾਣੀ ਵੰਡ ਦਾ ਜੋ ਇੱਥੇ ਫੈਲਿਆ ਹੋਇਆਗਾ ਉਹਨੂੰ ਖਤਮ ਕਰਨ ਲਈ ਇੱਕ ਜੋ ਅਸਲ ਲੜਾਈ ਆ ਉਹ ਲੜ ਸਕਦੇ ਹੋਏ। ਤੇ ਸਾਡਾ ਬਹੁਤ ਸਾਰੇ ਪਿੰਡ ਹਜੇ ਵੀ ਜਿਹੜੇ ਨਹੀਂ ਜੁੜੇ ਜਾਂ ਹਜੇ ਨਹੀਂ ਪਤਾ ਲੱਗਿਆ ਕਿ ਜ਼ਮੀਨ ਕਿਸ ਤਰ੍ਹਾਂ ਮਿਲਦੀ ਆ, ਹਜੇ ਨਹੀਂ ਜਥੇਬੰਦਕ ਹੋਏ, ਤਾਂ ਹਜੇ ਵੱਡੇ ਪੱਧਰ ਤੇ ਜਿਹੜੇ ਬਹੁਤ ਸਾਰੇ ਪਿੰਡ ਪਏ ਆ। ਸਾਡਾ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਪਿੰਡਾਂ 'ਚ ਜਾਣਾ ਔਰ ਬੰਦਾ ਸਿੰਘ ਬਹਾਦਰ ਦਾ ਇਹ ਸੁਨੇਹਾ ਲੈ ਕੇ ਅਸੀਂ ਹੋਰ ਜਿਹੜੇ ਪਿੰਡ ਨਹੀਂ ਜੁੜੇ ਉਹਨਾਂ ਨੂੰ ਨਾਲ ਜੋੜਨ ਦਾ ਜਿਹੜਾ ਅਸੀਂ ਜਿਹੜਾ ਆਪਦਾ ਯਤਨ ਹੈ ਇਹ ਸਾਰਾ ਸਾਲ ਅਸੀਂ ਕਰਨਾ ਗਾ। ਤੇ ਦੂਜੀ ਸਾਡੀ ਜਿਹੜੀ ਲੜਾਈ ਅੱਗੇ ਉਹ ਸਾਡੀ ਉਸੇ ਤਹਿਤ ਸੀਲਿੰਗ ਐਕਟ ਹੈ ਜਿਹੜਾ ਉਹ ਲਾਗੂ ਕਰਾਉਣ ਲਈ ਜਿਹੜਾ ਵਧੀ। ਕੀ ਪ੍ਰਤੱਖ ਤੌਰ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਪਿੰਡਾਂ ਵਿੱਚ ਦਲਿਤਾਂ ਨੂੰ ਉਹਨਾਂ ਦੇ ਹਿੱਸੇ ਦੀ ਸਾਂਝੀ ਜ਼ਮੀਨ ਮਿਲੀ ਹੈ ਪਿੰਡ ਦੀ, ਤੇ ਉੱਥੇ ਦਾ ਉਹਨਾਂ ਦਾ ਜੀਵਨ ਪੱਧਰ ਵਿੱਚ ਸੁਧਾਰ ਹੋਇਆ, ਉਹਨਾਂ ਦਾ ਸਿੱਖਿਆ, ਸਿਹਤ, ਉਹਨਾਂ ਦੀ ਰਹਿਣੀ ਸਹਿਣੀ 'ਚ ਕੋਈ ਫਰਕ ਪਿਆ ਹੋਵੇ, ਬਿਹਤਰੀ ਆਈ ਹੋਵੇ? ਬਹੁਤ ਫਰਕ ਪਿਆ ਜੀ। ਜਿਨ੍ਹਾਂ ਪਿੰਡਾਂ ਦੇ ਵਿੱਚ ਜ਼ਮੀਨ ਮਿਲੀ ਹੈ
ਅੱਜ ਉਹ ਪਿੰਡ ਮਤਲਬ ਜੇ ਬਹੁਤ ਜ਼ਿਆਦਾ ਖੁਸ਼ ਹੋ ਕੇ ਇਹ ਗੱਲ ਮਹਿਸੂਸ ਕਰਦੇ ਆ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਡੀ ਵੀ ਕੋਈ ਇੱਜ਼ਤ ਹੁੰਦੀ ਹੈ, ਸਾਡਾ ਵੀ ਕੋਈ ਮਾਣ ਸਨਮਾਨ ਹੁੰਦਾ। ਤਾਂ ਅੱਜ ਉਹ ਆਪਦਾ ਜਿਹੜਾ ਸਿਰ ਚੱਕ ਕੇ ਤੁਰਦੇ ਆ ਪਿੰਡ 'ਚ, ਇੱਕ ਆਪਦੀ ਵੱਖਰੀ ਪਹਿਚਾਣ ਹੋਈ ਆ ਉਹਨਾਂ ਦੀ। ਉਹ ਪਿੰਡ ਦੇ ਵਿੱਚ ਕੁਛ ਜਿਵੇਂ ਕਹਿੰਦੇ ਨੇ ਕਿ ਇਹਨਾਂ ਨੂੰ ਇੱਕ ਮਨੁੱਖ ਵੀ ਨਹੀਂ ਸਮਝਿਆ ਜਾਂਦਾ ਸੀ, ਅੱਜ ਉਹਨਾਂ ਦੀ ਪੁੱਛ ਪੱਟੀ ਹੁੰਦੀ ਆ, ਉਹਨਾਂ ਦੀ ਆਪਣੀ ਧੇਰਾ, ਆਪਣੀ ਜਥੇਬੰਦੀ ਆ, ਆਜ਼ਾਦ ਫੈਸਲੇ ਲੈਣ ਜੋਗੇ ਹੋਏ ਆ। ਉਹ ਜ਼ਮੀਨ ਦੇ ਨਾਲ ਬਹੁਤ ਫਰਕ ਪਿਆ, ਆਰਥਿਕ ਲੈਵਲ ਤੇ ਵੀ ਉਹਨਾਂ ਦੇ ਜਿਹੜੇ ਘਰ ਦੀਆਂ ਛੋਟੇ ਛੋਟੇ ਚੀਜ਼ਾਂ ਨੇ ਉਹ ਹੱਲ ਹੋਈਆਂ ਨੇਗੀਆਂ। ਪਰਮਜੀਤ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਡਰੁੱਖਾਂ ਕੁਲਾਰਾਂ ਵਿੱਚ ਔਰਤਾਂ ਦੇ ਨਾਂ ਤੇ ਇਹ ਬੋਲੀ ਹੋਈ ਹੈ, ਔਰਤਾਂ ਆਪਣੀ ਥਾਵੇਂ ਇਸ ਸੰਘਰਸ਼ ਵਿੱਚ ਆਪਣੀ ਬਣਦੀ ਭੂਮਿਕਾ ਨਿਭਾ ਰਹੀਆਂ ਹਨ। ਜਿਸ ਤਰ੍ਹਾਂ ਮਾਤਾ ਗੁਰਦੇਵ ਕੌਰ ਨੂੰ ਆਪਣੀ ਜਾਨ ਵੀ ਦੇਣੀ ਪਈ ਸੀ ਇਸ ਸੰਘਰਸ਼ ਵਿੱਚ। ਇਸ ਤੋਂ ਇਲਾਵਾ ਤੁਸੀਂ ਕੀ ਮੰਨਦੇ ਹੋ ਕਿ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਵਿੱਚ ਔਰਤਾਂ ਦਾ ਹੋਰ ਕੀ ਰੋਲ ਹੈ ਤੇ ਕਿੰਨਾ ਕੁ ਉਹਨਾਂ ਨੇ ਨਿਭਾਇਆ ਤੇ ਉਹਨਾਂ ਨੂੰ ਹੋਰ ਕਿੰਨੇ ਕੁ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ? ਬਿਲਕੁਲ ਇਹ ਚੀਜ਼ ਹੈਗੀ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਉਹ ਔਰਤਾਂ ਆਈਆਂ ਨੇ ਜਿਹੜੀਆਂ ਕਦੇ ਸਕੂਲ ਨਹੀਂ ਗਈਆਂ, ਅਨਪੜ੍ਹ ਨੇ, ਉਹਨਾਂ ਨੂੰ ਨਹੀਂ ਪਤਾ, ਪਰ ਫਿਰ ਵੀ ਜਿਹੜੀ ਇਹ ਲੜਾਈ ਹੋਈ, ਉਸ ਲੜਾਈ 'ਚ ਉਹਨਾਂ ਔਰਤਾਂ ਨੇ ਜੋ ਅਨਪੜ੍ਹ ਨੇ, ਕੁਛ ਨਹੀਂ ਪਤਾ ਉਹਨਾਂ ਨੂੰ, ਪਰ ਇਸ ਲੜਾਈ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਸਮਝਿਆ ਕਿ ਇਹ ਲੜਾਈ ਸਾਡੇ ਲਈ ਕਿਉਂ ਜ਼ਰੂਰੀ ਆ। ਉਹ ਰਾਜੇ ਇਸ ਲੀਡਰਸ਼ਿਪ ਦੇ ਵਿੱਚ ਬਡਰੁੱਖਾਂ ਦੀਆਂ ਚਾਹੇ ਕਲਾਰਾਂ ਦੀਆਂ, ਉਹਨਾਂ ਨੇ ਮੂਹਰੇ ਹੋ ਕੇ ਉਹ ਮਰਦਾਂ ਦੀ ਇਹ ਹੁੰਦਾ ਕਿ ਘਰ 'ਚ ਤੁਸੀਂ ਪੁੱਛ ਕੇ ਜਾਣਾ, ਉਹ ਚੀਜ਼ਾਂ ਟੁੱਟੀਆਂ ਨੇਗੀਆਂ। ਜਿਹੜੀ ਅਸੀਂ ਗੱਲ ਕਰਦੇ ਕਿ ਔਰਤ ਹੈ ਜਿਹੜੀ ਉਹ ਤੇਰੀ ਗੁਲਾਮੀ ਦਾ ਸ਼ਿਕਾਰ ਆ, ਉਹ ਪੈਟਰੀਆਰਕੀ ਹੈ ਜਿਹੜੀ ਵੱਡੇ ਪੱਧਰ ਤੇ ਸਾਡੇ ਸਮਾਜ 'ਚ ਹੈਗੀ ਆ, ਔਰ ਦਲਿਤ ਔਰਤ ਬਿਲਕੁਲ ਹੀ ਉਹਦੇ ਥੱਲੇ ਦੱਬੀ ਹੋਈ ਆ। ਤਾਂ ਉਹ ਦਲਿਤ ਔਰਤ ਜਦੋਂ ਸਾਹਮਣੇ ਬਿਲਕੁਲ ਜੀ ਇੱਕ ਸਾਹਮਣੇ ਆਈ ਆ ਨਿਕਲ ਕੇ, ਤਾਂ ਇੱਕ ਇਹ ਮਤਲਬ ਵਧਾਈ ਦੇ ਵੀ ਪਾਤਰ ਨੇ ਉਹ ਕਿ ਉਹਨਾਂ ਨੂੰ ਚੀਜ਼ ਤੋੜੀ ਹੈ, ਉਹ ਟੁੱਟ ਸਕਦੀ ਹੈ। ਸਾਨੂੰ ਇੱਕ ਆਸ ਵੀ ਦਿਖਦੀ ਆ ਕਿ ਉਹਨਾਂ ਨੂੰ ਕੋਈ ਇਹੋ ਜਿਹੀ ਜਥੇਬੰਦੀ ਜੋ ਇਹੋ ਜਿਹੀ ਇੱਕ ਸੇਧ ਦੇਣ ਦੀ ਲੋੜ ਆ, ਉਹਨਾਂ ਨੂੰ ਵਿਸ਼ਵਾਸ ਹੋਵੇ ਵੀ ਹਾਂ ਇਹ ਰਾਹ ਸਾਨੂੰ ਮੁਕਤ ਕਰਾ ਸਕਦਾ ਇਸ ਪੈਟਰੀਆਰਕੀ ਤੋਂ, ਇਸ ਜਾਤੀ ਗੁਲਾਮੀ ਤੋਂ। ਇੱਕ ਔਰਤ ਹੋਣ ਦੇ ਨਾਤੇ ਜੋ ਉਹਦੀ ਇੱਜ਼ਤ ਆ ਉਹ ਬਹਾਲ ਜਿਹੜੀ ਉਹਨਾਂ ਦੀ ਹੋ ਸਕਦੀ ਆ। ਉਹਦੇ ਲਈ ਜਿੰਨੀਆਂ ਔਰਤਾਂ ਆਪਣੀਆਂ ਔਰਤਾਂ ਜੁੜੀਆਂ ਨੇ ਜਥੇਬੰਦੀ ਨਾਲ, ਉਹ ਸਾਰੀਆਂ ਮਹਿਸੂਸ ਕਰਦੀਆਂ ਨੇ ਔਰ ਖੁਸ਼ ਹੁੰਦੀਆਂ ਨੇ ਜਦੋਂ ਉਹ ਕੋਈ ਵੀ ਜਥੇਬੰਦੀ ਦਾ ਕੋਈ ਐਕਸ਼ਨ ਆਉਂਦਾ ਹੈਗਾ ਤਾਂ ਲੀਡਰਸ਼ਿਪ ਦੇ ਤੌਰ ਤੇ ਵੀ ਵਿਚਰਦੀਆਂ ਨੇ। ਔਰ ਬੋਲਣ ਦਾ ਵੀ ਉਹਨਾਂ 'ਚ ਹੈਗਾ, ਚਾਹੇ ਉਹ ਅਨਪੜ੍ਹ ਨੇ ਪਰ ਫਿਰ ਵੀ ਬਹੁਤ ਵਧੀਆ ਬੋਲ ਵੀ ਲੈਂਦੀਆਂ ਨੇ। ਤੇ ਇਸ ਕਰਕੇ ਸਾਨੂੰ ਲੱਗਦਾ ਕਿ ਸਾਡੀ ਜਥੇਬੰਦੀ ਨੂੰ ਉਹ ਚੀਜ਼ ਵੱਲ ਵੀ ਜਿਹੜਾ ਧਿਆਨ ਅਸੀਂ ਦੇਵਾਂਗੇ ਕਿ ਸਾਡੀਆਂ ਔਰਤਾਂ ਨੇ ਜਿਹੜੀਆਂ ਉੱਭਰ ਕੇ ਲੀਡਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਉਣ, ਤਾਂ ਹੋਰ ਔਰਤਾਂ ਵਿੱਚ ਵੀ ਜਿਹੜਾ ਇੱਕ ਮਾਡਲ ਹੈ ਜਿਹੜਾ ਉਹ ਸਥਾਪਿਤ ਕਰ ਸਕਦੇ ਉਤਸ਼ਾਹ ਮਿਲੇ। ਹਾਂ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਔਰਤਾਂ ਦੇ ਨਾਂ ਤੇ ਬੋਲੀ ਹੋ ਰਹੀ ਹੈ ਜ਼ਮੀਨ ਦੀ, ਉਹ ਰਲ ਕੇ ਕੰਮ ਕਰਦੀਆਂ ਨੇ ਤੇ ਔਰਤ ਦੀ ਸਪੇਸ, ਉਹਦੀ ਆਪਣੀ ਸਪੇਸ ਉਹਨੂੰ ਮਿਲੀ ਹੈ ਤੇ ਉਹਦੇ ਸਵੈਮਾਨ 'ਚ ਵਾਧਾ ਹੋਇਆ। ਤੇ ਜਿਹੜੇ ਇਹ ਆਪਣੇ ਦਲਿਤ ਭਾਈਚਾਰਿਆਂ ਵੱਲੋਂ ਰਲ ਕੇ ਖੇਤੀ ਕਰਨਾ ਆਪਣੇ ਆਪ 'ਚ ਇੱਕ ਸ਼ੁਭ ਸ਼ਗਨ ਹੈ। ਤੇ ਆਸ ਕਰਦੇ ਹਾਂ ਕਿ ਇਸ ਮਾਡਲ ਨੂੰ ਹੋਰ ਖੇਤੀ ਕਰਦੇ ਲੋਕ ਵੀ ਤੇ ਪਿੰਡਾਂ ਦੇ ਪੱਧਰ ਤੇ ਪਿੰਡਾਂ ਵਾਲੇ ਖੁਦ ਵੀ ਦੇਖਣਗੇ ਕਿ ਅਸੀਂ ਵੀ ਕਲਸਟਰ ਬਣਾ ਕੇ ਜਾਂ ਕਿਸੇ ਤਰ੍ਹਾਂ ਇਹ ਅਜਿਹੀ ਸਾਂਝੀ ਖੇਤੀ ਕਰਕੇ ਆਪਦੇ ਖਰਚੇ ਵੀ ਘਟਾ ਸਕਦੇ ਹਾਂ ਤੇ ਸੁਖਾਲੇ ਵੀ ਹੋ ਸਕਦੇ ਹਾਂ। ਪਰਮਜੀਤ, ਤੁਸੀਂ ਸਾਨੂੰ ਬਹੁਤ ਸਾਰੀ ਚੰਗੀ ਜਾਣਕਾਰੀ ਦਿੱਤੀ ਤੇ ਖਾਸ ਕਰਕੇ ਦੀਵਾਲੀ ਦੇ ਮੌਕੇ ਉਹਨਾਂ ਲੋਕਾਂ ਨੂੰ ਮੁਨਾਫਾ ਮਿਲਣਾ ਜੋ ਸਮਾਜ ਵਿੱਚ ਬਿਲਕੁਲ ਹਾਸ਼ੀਏ ਤੇ ਧੱਕੇ ਹੋਏ ਹਨ, ਸਮਾਜਿਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ, ਤੇ ਉਹਨਾਂ ਨੂੰ ਇਹਨਾਂ ਘੜੀਆਂ 'ਚ ਮੁਨਾਫਾ ਮਿਲਣਾ, ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਉਣੀ ਆਪਣੇ ਆਪ 'ਚ ਚੰਗੀ ਗੱਲ ਹੈ। ਤੁਹਾਡੇ ਨਾਲ ਅੱਗੇ ਤੋਂ ਵੀ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਹਾਲ ਦੀ ਘੜੀ ਲਈ ਧੰਨਵਾਦ ਪਰਮਜੀਤ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਸਾਨੂੰ ਟਾਈਮ ਦਿੱਤਾ ਕਿ ਅਸੀਂ ਆਪਣੀ ਜੋ ਲੜਾਈ ਆ ਉਹਦਾ ਸੁਨੇਹਾ ਜਿਹੜਾ ਤੁਹਾਡੇ ਰਾਹੀਂ ਦੇ ਸਕਦੇ ਹੋਈਏ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।